ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਹੀ ਵਿਚਾਰਾਂਗੇ ਜੀ ਡਾਕਟਰ ਸਾਹਿਬ। ਫੇਸਬੁੱਕ ਮੈਸੇजेस ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਯੂਬਾ ਸਿਟੀ ਪੈਰੇਡ ਦੋਨੋਂ ਦਿਨਾਂ ਦੇ ਸਮਾਗਮਾਂ ਨੂੰ ਜਿਹੜੇ ਸਾਡੇ ਕੈਮਰੇ ਨੇ ਕੈਪਚਰ ਕੀਤਾ ਲਾਈਵ ਤਾਂ ਡਿਫਰੈਂਟ ਹੁੰਦਾ ਜੀ, ਉਹਨੂੰ ਐਡਿਟ ਕਰਕੇ ਅਸੀਂ ਆਉਣ ਵਾਲੇ ਦਿਨਾਂ 'ਚ ਦਿਖਾ ਰਹੇ ਹਾਂ। ਸੈਚਰਡੇ 8 ਤੋਂ 10 ਵਜੇ ਵਾਲੇ ਸਲੋਟ 'ਚ ਨਿਸ਼ਾਨ ਸਾਹਿਬ ਦੀ ਸੇਵਾ ਔਰ ਖਾਸ ਤੌਰ ਤੇ ਡਾਕਟਰ ਇਕਤਾਰ ਕਰਾਮਤ ਚੀਮਾ ਦੀ 1 ਘੰਟੇ ਦੀ ਸਪੀਚ ਜਿਹੜੀ ਕਿ ਬਹੁਤ ਪ੍ਰਭਾਵਸ਼ਾਲੀ ਹੈ, ਉਸ ਨੂੰ ਦਰਸ਼ਕ ਦੇਖ ਸਕਣਗੇ। ਔਰ ਇਸੇ ਤਰ੍ਹਾਂ ਸੰਡੇ ਐਤਵਾਰ ਨੂੰ ਸ਼ਾਮ ਨੂੰ 8 ਤੋਂ 11 ਵਜੇ 3 ਘੰਟੇ ਜਿਹੜੀ ਐਤਵਾਰ ਦੀ ਕਲਰਫੁਲ ਪਰੇਡ 60 ਤੋਂ ਜ਼ਿਆਦਾ ਫਲੋਟ ਔਰ 4 ਚਫੇਰੇ ਰੈਵਰਬੈਰੇਟ ਕਰਦੇ ਆ ਖਾਲਿਸਤਾਨ ਜ਼ਿੰਦਾਬਾਦ, ਉਸ ਨੂੰ ਜ਼ਰੂਰ ਦੇਖਣਾ। ਔਰ ਫਿਰ ਜਿਹੜੀਆਂ ਬਾਕੀ ਸਪੀਚਿਸ ਔਰ ਸ਼ਾਮ ਦਾ ਦੀਵਾਨ ਸੀ ਸੈਚਰਡੇ, ਉਹ ਅਸੀਂ ਮੋਸਟ ਲਾਈਕਲੀ ਮੰਡੇ ਦਿਖਾਵਾਂਗੇ। ਸੋ ਮੈਸੇजेस ਮਨਿੰਦਰ ਸਿੰਘ ਬਾਜਵਾ ਲਿਖਦੇ ਨੇ, ਇਹਨਾਂ ਲੋਕਾਂ ਨੇ ਦਰਬਾਰ ਸਾਹਿਬ ਬਾਰੇ ਵੀ ਆਪਣੀਆਂ ਕਿਤਾਬਾਂ ਵਿੱਚ ਲਿਖਣਾ ਸ਼ੁਰੂ ਕੀਤਾ ਹੋਇਆ ਹੈ ਤੇ ਕਿ ਦਰਬਾਰ ਸਾਹਿਬ ਪਹਿਲਾਂ ਵਿਸ਼ਨੂੰ ਮੰਦਿਰ ਸੀ ਤੇ ਅਕਾਲ ਤਖਤ ਹਿੰਦੂਆਂ ਦਾ ਤਖਤ ਸੀ, ਸਿੱਖਾਂ ਨੇ ਖੋਹ ਲਿਆ। ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਈਵਨ ਕੁਝ ਸਿੱਖ ਰਾਈਟਰਸ ਨੇ ਵੀ ਸ਼ੁਰੂ 'ਚ ਆਪਣੇ ਵੱਲੋਂ ਤਾਂ ਦਰਬਾਰ ਸਾਹਿਬ ਦੀ ਅਹਿਮੀਅਤ ਦੱਸਣਾ ਚਾਹੁੰਦੇ ਸੀ ਔਰ ਉਹਦੀ ਕਹਾਣੀ ਇਹ ਜੋੜੀ ਹੋਈ ਸੀ ਕਿ ਜੀ ਜਿਹੜੇ ਉਹ ਕੁੰਡ ਲੈ ਕੇ ਜਾ ਰਹੇ ਸੀ ਅੰਮ੍ਰਿਤ ਦੇ ਤੇ ਇੱਕ ਜਿਹੜਾ ਕੁਝ ਡ੍ਰੌਪ ਇੱਥੇ ਵੀ ਡਿਗੇ ਔਰ ਉਹਦੇ 'ਚੋਂ ਹੀ ਅੰਮ੍ਰਿਤ ਸਰੋਵਰ ਬਣਿਆ। ਔਰ ਇਹਨਾਂ ਨੇ ਵੀ ਇੱਕ ਦੋ ਵਾਰ ਇਸ ਕਿਸਮ ਦਾ ਕਲੇਮ ਵੀ ਕੀਤਾ ਔਰ ਇਹਨਾਂ ਨੂੰ ਕੋਈ ਵੱਡੀ ਗੱਲ ਤਾਂ ਕਹਿੰਦੇ ਹੀ ਨੇ ਹਰੀ ਮੰਦਰ ਦਾ ਮਤਲਬ ਹੀ ਸਾਡਾ ਮੰਦਰ ਹੈ, ਹਰੀ ਵਿਸ਼ਨੂੰ ਦਾ ਨਾਂ ਹੈ ਤੇ ਵਿਸ਼ਨੂੰ ਦਾ ਮੰਦਰ ਹੈ। ਹਾਲਾਂਕਿ ਮਤਲਬ ਇਹਦਾ ਹਰੀ ਰੱਬ ਮੰਦਰ ਪੁਰਾਣੀ ਪੰਜਾਬੀ 'ਚ ਘਰ ਨੂੰ ਕਹਿੰਦੇ, ਰੱਬ ਦਾ ਘਰ। ਵੀਰ ਦਲਜੀਤ ਸਿੰਘ ਲਿਖਦੇ ਨੇ 11 ਨਵੰਬਰ 2011 ਥੱਪੜ ਦਿਵਸ ਦੀਆਂ ਮੁਬਾਰਕਾਂ, ਜੋ ਜਥੇਦਾਰ ਹਵਾਰਾ ਨੇ ਹਿੰਦੂ ਦੇ ਮੂੰਹ ਤੇ ਠੋਕਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਸ ਦੀਆਂ ਵਾਰਾਂ ਨੇ ਔਰ ਯੂਬਾ ਸਿਟੀ ਵਾਲਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਦਰਸ਼ਕ ਦੇਖ ਸਕਣਗੇ। ਕਵੀਸ਼ਰ ਜਿਹੜੇ ਯੰਗ ਨੇ ਉਹਨਾਂ ਨੇ ਹਵਾਰੇ ਦੇ ਉਸ ਥੱਪੜ ਦੇ ਉੱਤੇ ਹੀ ਵਾਰ ਲਿਖੀ ਹੈ ਕਿ ਉਹ ਕਿਵੇਂ ਉਹਨੂੰ ਸੂਰ ਨੂੰ ਘੁਮਾਇਆ। ਸੋ ਮੁਬਾਰਕਾਂ ਤੁਹਾਨੂੰ ਵੀ। ਕਰਮਜੀਤ ਸਿੰਘ ਧਾਲੀਵਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਵਿੰਦਰ ਢਾਲੀਓ, ਬਹੁਤ ਹੀ ਨਾਈਸ ਜੀ, ਬਹੁਤ ਸ਼ੁਕਰੀਆ ਕੁਲਵਿੰਦਰ ਜੀ। ਹਰਦੀਪ ਸਿੰਘ ਮਾਹੀ, TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਰ ਅਲੀ, ਨਾਈਸ ਜੀ। ਤੇ ਭੈਣ ਜੀ ਗੁਲਜਿੰਦਰ ਕੌਰ ਲਿਖਦੇ ਨੇ, ਇਹਨਾਂ ਨੂੰ ਹੋਰ ਕੁਝ ਸੁਝਦਾ ਨਹੀਂ ਫੁਖਰਿਆਂ ਨੂੰ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੇ ਨੇ ਔਰ ਉਹਦੇ 'ਚ ਜਿਹੜੀ ਇੱਕ ਖਾਸ ਗੱਲ ਇਹਨਾਂ ਦੀ ਭੈਣ ਜੀ ਗੁਲਜਿੰਦਰ ਕੌਰ ਹੋਰਾਂ ਦੀ ID ਤੇ ਮੈਂ ਦੇਖ ਰਿਹਾ ਸੀ ਹੁਣ ਉਹ ਅਪੀਅਰ, ਹਾਂ ਉਹਨਾਂ ਨੇ ਜਿਹੜੀ ID ਬਣਾਈ ਹੈ ਉਹ ਇੱਕ ਚੰਗਾ ਕਾਮੈਂਟ ਹੈ। A strong man can handle a strong woman. A weak man will say she has an attitude. ਸੋ ਮੈਂ ਇਹ ਦਰਸ਼ਕਾਂ ਤੇ ਛੱਡ ਦਿੰਦਾ, ਪਰ ਇਹ ਇੱਕ ਚੰਗਾ ਨਜ਼ਰੀਆ ਹੈ ਕਿ ਵੀ ਦੋਨੋਂ ਹੀ ਜੇ ਮਜ਼ਬੂਤ ਨੇ ਤੇ ਫਿਰ ਉਹ ਬਰਾਬਰ ਦਾ ਟੀਮ ਹੁੰਦਾ ਨਾ। ਤੁਸੀਂ ਕਹਿੰਦੇ ਹੋ ਜੀ ਰੱਥ ਨੇ, ਰੱਥ ਦੇ ਦੋ ਪਹੀਏ ਨੇ, ਸੋ ਉਹਦੇ 'ਚ ਫਿਰ ਕਨਵਿਕਸ਼ਨ ਵਾਈਜ਼ ਵੀ ਮਜ਼ਬੂਤ ਹੋਣੇ ਚਾਹੀਦੇ ਨੇ, ਇਰਾਦਾ ਵਾਈਜ਼ ਵੀ, ਜੈਨਰੋਸਿਟੀ ਵੀ, ਔਰ ਅਦਰਵਾਈਜ਼ ਇੱਕ ਜਿਹੜਾ ਕਮਜ਼ੋਰ ਹੁੰਦਾ ਉਹ ਦੂਜੇ ਨੂੰ ਇਹ ਵਾਈਸਾ ਵਰਸਾ ਵੀ ਹੁੰਦਾ, ਉਹ ਕਹੇਗਾ ਜੀ ਐਟੀਟਿਊਡ ਹੈ। ਔਰ ਇਸੇ ਤਰ੍ਹਾਂ ਦੂਸਰੇ ਸੈਕਸ਼ਨ 'ਚ ਮੈਂ ਦੇਖਦਾ ਕਿ ਜੇ ਕੋਈ ਕਾਮੈਂਟ ਰਿਟਰੀਵ ਕਰ ਸਕੇ, ਕਿਉਂਕਿ ਇਹਨਾਂ ਦਾ ਫੇਸਬੁੱਕ ਵਾਲਿਆਂ ਦੇ ਵੀ ਆਪਣੇ ਕਾਨੂੰਨ ਨੇ, ਕਿਹੜਾ ਸਾਡਾ ਮੰਨਦੇ ਨੇ ਜੀ। ਰਾਜਾ ਡੈਨੀਆਲ ਸ਼ਾਹਬੀਰ ਜੰਜੂਆ ਲਿਖਦੇ ਨੇ, ਵੈਰੀ ਨਾਈਸ ਡਾਕਟਰ ਸਾਹਿਬ, ਗੁੱਡ ਜੌਬ, ਬਹੁਤ ਸ਼ੁਕਰੀਆ ਜੰਜੂਆ ਜੀ। ਸੋਨੀ ਢਿੱਲੋਂ, ਵੈਰੀ ਗੁੱਡ ਜੀ, ਬਹੁਤ ਸ਼ੁਕਰੀਆ। ਪਿੰਦਰ ਕੌਰ ਧਾਲੀਵਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਰਿੰਦਰ ਸਿੰਘ ਸੈਣੀ, ਵਾਹਿਗੁਰੂ ਜੀ। ਤੀਸਰਾ ਟੌਪਿਕ ਮੈਂ ਕੁਇਕਲੀ, ਕੱਲ ਵੀ ਇਹ ਮਿਸ ਹੋ ਗਿਆ ਸੀ। ਬਹੁਤ ਵਾਰ ਜਦੋਂ ਅਮਰੀਕਾ ਭਾਰਤ ਸਬੰਧਾਂ ਦੀ ਗੱਲ ਟਰੰਪ ਦੇ ਆਉਣ ਤੋਂ ਬਾਅਦ ਜਿਵੇਂ ਭੁੜਕ ਰਿਹਾ ਸੀ ਹਿੰਦੂਤਵੀ ਜ਼ਮੀਨ ਤੋਂ 10-10 ਫੁੱਟ ਉੱਚੇ ਕਿ ਜੀ ਉਹ ਰਗੜ ਦੇਗਾ, ਪਾਕਿਸਤਾਨ ਨੂੰ ਟੈਰਰਿਸਟ ਸਟੇਟ ਬਣਾ ਦੇਗਾ, ਚਾਈਨਾ ਨੂੰ ਇਹ ਕਰ ਦੇਗਾ, ਉਹ ਕਰ ਦੇਗਾ। ਹੁਣ ਟਰੰਪ ਪਿਛਲੇ ਦਿਨੀ ਚਾਈਨਾ ਗਿਆ ਜੀ, ਭਾਰਤ ਦੀ ਯਾਦ ਨਹੀਂ ਆਈ ਉਹਨੂੰ ਕਿ ਵੀ ਉਹ ਭਾਰਤ ਜਾ ਕੇ ਮੋਦੀ ਤਾਂ ਇੱਥੇ ਲਾਤਾ ਹੀ ਨਹੀਂ ਸੀ, ਜਿਉਂ ਜੱਫੀ ਉਹਨੂੰ ਪਾਏ ਛੱਡੇ ਹੀ ਨਾ, ਉਹ ਵੀ ਕਹਿੰਦਾ ਗੈਟ ਅਵੇ। ਹੁਣ ਉਹ ਚਾਈਨਾ ਪਹੁੰਚ ਗਿਆ ਔਰ ਜਿਹਨੂੰ ਇਹ ਸਮਝਦੇ ਸੀ ਕਿ ਜੀ ਔਰ ਅਮਰੀਕਾ ਦੇ ਨੂੰ ਖੁਸ਼ ਕਰਨ ਦੇ ਲਈ ਜਿਵੇਂ ਉਹਨਾਂ ਨੇ ਉਹ ਸਾਰਾ ਵਿਵਾਦ ਬਾਰਡਰ ਦਾ ਦੂਜਾ ਖੜਾ ਕੀਤਾ, ਲੇਕਿਨ ਇਹ ਵਪਾਰੀ ਨੇ। ਹੁਣ ਟਰੰਪ ਗਿਆ ਚਾਈਨਾ 'ਚ, ਉਹਦਾ ਜਿਹੜਾ ਵੈਲਕਮ ਹੋਇਆ, ਉਹਨੇ ਸ਼ੀ ਜ਼ਿੰਗ ਇੰਨਾ ਪਾਵਰਫੁਲ ਪ੍ਰੈਜ਼ੀਡੈਂਟ ਬਣ ਗਿਆ, ਮਾਓ ਸੇ ਤੁੰਗ ਤੋਂ ਬਾਅਦ ਮੋਸਟ ਪਾਵਰਫੁਲ ਜਿਹੜਾ ਸ਼ੀ ਜ਼ਿਨਪਿੰਗ ਚਾਈਨਾ ਦਾ ਬਣਿਆ। ਔਰ ਟਰੰਪ ਨੇ ਜਿਹੜਾ ਉੱਥੇ ਬਿਜ਼ਨਸ ਡੀਲਸ ਕੀਤੀਆਂ $250 ਬਿਲੀਅਨ ਦੀਆਂ ਜੀ। ਦੇਖੋ ਭਾਰਤ ਕਿੱਥੇ ਨੇੜੇ ਤੇੜੇ ਲੱਗਦਾ ਅਮਰੀਕਾ ਦੇ,
और खबर है प्रेसिडेंट डोनाल्ड ट्रंप टुडे रैप्ड अप 2 days of intense talks with his Chinese counterpart Xi Jinping as both sides inked deals worth over $250 billion और ਜਿਹੜਾ ਇਹ ਸਮਝਦੇ ਸੀ ਜੀ ਨਾਰਥ ਕੋਰੀਆ ਦੇ ਮੁੱਦੇ ਤੇ ਅਮਰੀਕਾ ਚੀਨ ਦੀ ਬਾਂਹ ਮਰੋੜੇਗਾ ਔਰ ਪਰ ਨਾਲ ਹੀ ਉਹਨੇ ਕਿਹਾ but doubts lingered about any headway over his efforts to push Beijing to take strong action to rein in nuclear armed North Korea ਕਿ already nuclear armed ਹੈ ਵੀ ਉੱਥੇ ਅਮਰੀਕਾ ਫੇਲ ਹੋਇਆ ਉਹਨੇ ਕਿਹਾ ਚਾਈਨਾ ਦੇ ਸ਼ੀ ਜਿਨਪਿੰਗ ਨੇ ਕਿ ਜੀ ਅਸੀਂ ਜੋ ਵੀ ਲੋੜੀਂਦਾ UN ਦੇ ਰੈਜ਼ੋਲੂਸ਼ਨਸ ਨੇ ਦੂਜੇ ਨੇ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਾਂਗੇ ਬਸ ਇੰਨੇ ਦੇ ਉੱਤੇ ਲੇਕਿਨ ਹੁਣ ਜੇ $250 ਬਿਲੀਅਨ ਦੀਆਂ ਬਿਜ਼ਨਸ ਡੀਲਸ ਨੇ ਤੇ ਭਾਰਤ ਕੀ ਸਮਝਦਾ ਹੈ ਕਿ ਅਮਰੀਕਾ ਜਿਹੜਾ ਹੈ ਉਹ ਚੀਨ ਦੇ ਖਿਲਾਫ ਜਿਹੜਾ ਹੈ ਉਹ ਜੰਗ ਕਰ ਦੇਗਾ ਨਾਰਥ ਕੋਰੀਆ ਦੇ ਖਿਲਾਫ ਜੰਗ ਕਰ ਦੇਗਾ ਸੋ ਇਸ ਸਾਰੇ ਚ ਅਮਰੀਕਾ ਨੇ ਭਾਰਤ ਨੂੰ ਦੱਸ ਦਿੱਤਾ ਹੈ ਕਿ ਵੀ ਤੁਹਾਡੀ ਔਕਾਤ ਕੀ ਹੈ ਤੇ ਅਸੀਂ ਤਾਂ ਅਕਸਰ ਉਹ ਇੱਕੋ ਹੀ ਫਰੇਜ਼ ਕਹਿ ਦਿੰਦੇ ਹੁੰਦੇ ਕਿ ਵੀ ਕਿਆ ਪਿੱਦੀ ਕਾ ਸ਼ੋਰਬਾ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ ਅੱਜ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਔਰ ਇਹਦੇ ਚ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਵਿਚਾਰ ਅਧੀਨ ਲਿਆਂਦੇ ਹਾਂ 3 ਸ਼ਲੋਕ ਅਸੀਂ ਅੱਜ ਦੇ ਇਸ ਵਿਚਾਰ ਦੇ ਲਈ ਵੀ ਚੁਣੇ ਨੇ ਔਰ ਇਹਦੇ ਚ ਜਿਵੇਂ ਅਸੀਂ ਇਹ ਕਿਹਾ ਸੀ ਕਿ ਵੀ ਤੀਸਰੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਜਿਹੜਾ ਆਲਰੇਡੀ ਥਾਟ ਬਾਬਾ ਫਰੀਦ ਦੇ ਸ਼ਲੋਕ ਦਾ ਚੱਲ ਰਿਹਾ ਹੁੰਦਾ ਸੀ ਉਹਦੇ ਚ ਉਹਨਾਂ ਨੇ ਆਪਣਾ ਸ਼ਲੋਕ ਵੀ ਦਿੱਤਾ ਹੈ ਲੇਕਿਨ ਉਹ ਫਰੀਦ ਜੀ ਦੇ ਨਾਂ ਹੀ ਕੀਤਾ ਉਹਨਾਂ ਨੂੰ ਔਰ ਇਸ ਲਈ ਜਿਹੜਾ ਨੰਬਰ ਹੈ ਜਿਵੇਂ ਅੱਜ 105 106 107 ਨੰਬਰ ਹੈ ਇਹਨਾਂ ਚੋਂ ਇੱਕ ਸ਼ਲੋਕ ਪੰਜਵੇਂ ਪਾਤਸ਼ਾਹ ਦਾ ਹੈ ਪਰ ਉਹਨਾਂ ਨੇ ਫਰੀਦ ਜੀ ਦੇ ਨਾਂ ਕੀਤਾ ਹੈ ਔਰ ਮਹੱਲਾ ਪੰਜਵਾਂ ਦਾ ਸ਼ਲੋਕ ਹੈ ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ ਖਾਲੀ ਚਲੇ ਧਣੀ ਸਿਉ ਟਿੱਬੇ ਜਿਉ ਮਿਆਹੋ ਕਿ ਜਿਨ੍ਹਾਂ ਦੇ ਅੰਦਰ ਹੈ ਫਰੀਦ ਲਿਖਦੇ ਗੁਰੂ ਅਰਜਨ ਸਾਹਿਬ ਨੇ ਕਿ ਜਿਨ੍ਹਾਂ ਦੇ ਅੰਦਰ ਹੰਕਾਰ ਹੈ ਗਰਭ ਜਿਨ੍ਹਾਂ ਵਡਿਆਈਆਂ ਜਿਹੜੇ ਉਸ ਹੰਕਾਰ ਦੇ ਵਿੱਚ ਬੜੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਉਪਮਾਵਾਂ ਨਾਲ ਭਰੇ ਹੋਏ ਨੇ ਕਾਹਦਾ ਹੰਕਾਰ ਹੋ ਸਕਦਾ ਧਨ ਜੀ ਪੈਸੇ ਦਾ ਜੋਬਨ ਜਵਾਨੀ ਦਾ ਸੁਹੱਪਣ ਦਾ ਅਗਾ ਕਿ ਜੀ ਮੇਰੇ ਕੋਲ ਬਹੁਤ ਧਨ ਹੈ ਮੈਂ ਬਹੁਤ ਸੋਹਣਾ ਹੈ ਮੈਂ ਬਹੁਤ ਪਾਵਰਫੁਲ ਹੈ ਕਿੰਨੇ ਲੋਕ ਮੇਰੇ ਅੱਗੇ ਸਲਾਮ ਕਰਦੇ ਨੇ ਕਿੰਨੇ ਲੋਕ ਮੇਰਾ ਹੁਕਮ ਮੰਨਦੇ ਨੇ ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ ਇਹਨਾਂ ਸਾਰੀਆਂ ਚੀਜ਼ਾਂ ਦਾ ਮਾਣ ਹੈ ਗਰਭ ਹੈ ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਆਹੋ ਹੁਣ ਜਦੋਂ ਮੀਂਹ ਪੈਂਦਾ ਮੀਂਹ ਤਾਂ ਸਾਰੀ ਧਰਤੀ ਤੇ ਪੈਂਦਾ ਲੇਕਿਨ ਜਿਹੜੇ ਟਿੱਬੇ ਹੁੰਦੇ ਨੇ ਰੇਤ ਦੇ ਕਿਉਂਕਿ ਰੇਤ ਹੁੰਦਾ ਟਿੱਬਾ ਕਹਿੰਦੇ ਅਸੀਂ ਰੇਤਦਿਆਂ ਨੂੰ ਜਿਹੜਾ ਟੋਆ ਹੈ ਉਹ ਡੂੰਘਾ ਹੈ ਟਿੱਬਾ ਜਿਹੜਾ ਤੇ ਜੇ ਤੁਸੀਂ ਮੀਂਹ ਪੈ ਕੇ ਹਟਦਾ ਤੇ ਉਵੇਂ ਹੀ ਉਹ ਰੇਤ ਖੜੀ ਰਹਿੰਦੀ ਹੈ ਪਾਣੀ ਦੇ ਵਿੱਚ ਚਲੇ ਜਾਂਦਾ ਪਰ ਉਹ ਧਰਤੀ ਤਾਂ ਹੈ ਹੀ ਨਹੀਂ ਰੇਤ ਦੇ ਟਿੱਬੇ ਨੇ ਕਿ ਜਿਵੇਂ ਜਿੰਨਾ ਮਰਜ਼ੀ ਮੀਂਹ ਪੈ ਜਾਏ ਉਸ ਟਿੱਬਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਇਸੇ ਤਰ੍ਹਾਂ ਜਿਹੜੇ ਲੋਕ ਧਨ ਦੇ ਹੰਕਾਰ 'ਚ ਨੇ ਉਹ ਟਿੱਬਿਆਂ ਤੇ ਮੀਂਹ ਪੈਣ ਦੇ ਬਾਵਜੂਦ ਕੁਛ ਨਾ ਮਿਲਣ ਵਾਂਗ ਇਸ ਧਰਤੀ ਤੋਂ ਇਸ ਦੁਨੀਆ ਤੋਂ ਜਿਹੜਾ ਖਾਲੀ ਹੱਥ ਜਾਣਗੇ ਬਿਨਾਂ ਕੁਝ ਹਾਸਲ ਕੀਤੇ ਜਾਣਗੇ ਮਾਲਕ ਦੀ ਮਿਹਰ ਤੋਂ ਸਖਣੇ ਜਾਣਗੇ ਸੋ ਇਹਦੇ ਚੋਂ ਦੋ ਹੈ ਕਿ ਇੱਕ ਭਾਈ ਮਾਲਕ ਦੀ ਮਿਹਰ ਤੱਕੋ ਤੇ ਦੂਸਰਾ ਧਨ ਜੋਬਨ ਜਵਾਨੀ ਸਮਾਜਿਕ ਰੁਤਬਾ ਉੱਚੀ ਜ਼ਾਤ ਇਸ ਦਾ ਜਿਹੜਾ ਉਹ ਮਾਣ ਨਾ ਕਰੋ ਹੰਕਾਰ ਨਾ ਕਰੋ ਹੁਣ ਇਸ ਤੇ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ ਕਿ ਜਿਹੜੇ ਫਿਰ ਰੱਬ ਤੋਂ ਸਖਣੇ ਹੁੰਦੇ ਨੇ ਰੱਬ ਦੀ ਮਿਹਰ ਦੇ ਜਿਹੜੇ ਨੇ ਪਾਤਰ ਨਹੀਂ ਬਣਦੇ ਉਹਨਾਂ ਦੀਆਂ ਕਿਉਂ ਜੀ ਸ਼ਕਲ ਹੁੰਦੀ ਹੈ ਫਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਣ ਨਾਉ ਐਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ ਕਿ ਬਾਬਾ ਫਰੀਦ ਕਹਿੰਦੇ ਨੇ ਕਿ ਉਹਨਾਂ ਦੇ ਮੁੱਖਾਂ ਚਿਹਰਿਆਂ ਤੋਂ ਡਰ ਲੱਗਦਾ ਕਿਉਂਕਿ ਜਿਹੜੇ ਹੰਕਾਰੀ ਲੋਕ ਹੁੰਦੇ ਨੇ ਤੁਸੀਂ ਉਹਨਾਂ ਦੀ ਅੱਖ ਦੇਖੋ ਬਹੁਤਿਆਂ ਦੀ ਮੁੱਛ ਦੇਖੋ ਨਹੀਂ ਬਹੁਤਿਆਂ ਦੀਆਂ ਤਿਉੜੀਆਂ ਦੇਖੋ ਔਰ ਗੁਰੂ ਅਰਜਨ ਸਾਹਿਬ ਨੇ ਇੱਕ ਥਾਂ ਇਹ ਲਿਖਿਆ ਕਿ ਗਰੀਬਾਂ ਉੱਪਰ ਜੇ ਖਿੰਚੈ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਹੁਣ ਕਈ ਲੋਕ ਐ ਮੁੱਛ ਦੇ ਉੱਤੇ ਹੱਥ ਦੇ ਕੇ ਕਿਵੇਂ ਹੰਕਾਰ ਦੇ ਨਾਲ ਅਪਮਾਨਿਤ ਕਰ ਰਹੇ ਹੁੰਦੇ ਨੇ ਕਿ ਵੀ ਉਹ ਰੱਬ ਸਾੜ ਦਿੰਦਾ ਉਹ ਸਾਰੇ ਹੰਕਾਰ ਨੂੰ ਤੇ ਫਰੀਦ ਜੀ ਕਹਿੰਦੇ ਨੇ ਫਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲਿਆ ਹੋਇਆ ਵਿਸਰਿਆ ਹੋਇਆ ਉਹ ਚਿਹਰਿਆਂ ਦੇ ਉੱਤੇ ਇੱਕ ਡਰ ਹੁੰਦਾ ਹੈ ਇੱਕ ਭਿਆਨਕਤਾ ਹੁੰਦੀ ਹੈ
ਇੱਥੇ ਦੁੱਖ ਕਨੇਰਿਆਂ। ਔਰ ਜਿਹੜੇ ਹੰਕਾਰ 'ਚ ਜੀਣ ਵਾਲੇ ਲੋਕ ਨੇ ਉਹ ਸੁਖੀ ਨਹੀਂ ਹੁੰਦੇ। ਇੱਥੇ ਵੀ ਉਹਨਾਂ ਨੂੰ ਦੁੱਖ ਮਿਲਦਾ, ਕਨੇਰੇ ਹੁੰਦਾ ਬਹੁਤ ਜ਼ਿਆਦਾ। ਅੱਗੇ ਠੌਰ ਨਾ ਠਾਓ, ਅੱਗੇ ਵੀ ਉਹਨਾਂ ਨੂੰ ਕੋਈ ਠਿਕਾਣਾ ਨਹੀਂ ਹੈ, ਕੋਈ ਟਿਕਾਣਾ ਨਹੀਂ ਹੈ। ਔਰ ਅਖੀਰ 'ਚ ਫਿਰ ਰਸਤਾ ਕੀ ਹੈ, ਕਿਵੇਂ ਜੀਵਨ ਦੇ ਵਿੱਚ ਅਸੀਂ ਟਿੱਬਾ ਨਾ ਬਣੀਏ ਜਿਹਦੇ ਤੇ ਮੀਂਹ ਪੈ ਕੇ ਚਲਾ ਜਾਏ, ਸਾਡਾ ਮੁਖ ਵੀ ਡਰਾਵਣਾ ਨਾ ਹੋਏ। ਕਿਉਂਕਿ ਜ਼ਾਹਰ ਹੈ ਕਿ ਵੀ ਜਿਨ੍ਹਾਂ ਨੂੰ ਜਦੋਂ ਅਸੀਂ ਰੱਬ ਦੀ ਯਾਦ ਵਾਲਿਆਂ ਨੂੰ ਫਿਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ, ਕਿ ਉਹਨਾਂ ਦੇ ਚਿਹਰਿਆਂ ਦੇ ਉੱਤੇ ਇੱਕ ਲਾਲੀ ਹੁੰਦੀ ਹੈ, ਇੱਕ ਚਾਹ ਹੁੰਦਾ ਹੈ, ਔਰ ਉਹਨਾਂ ਦੀ ਜਿਹੜੀ ਹੈ ਇੱਕ ਦਰਸ਼ਨ ਜਿਹੜਾ ਉਹਨਾਂ ਦਾ ਦੀਦਾਰ ਪਲੇਜ਼ੈਂਟ ਹੁੰਦਾ। ਤੇ ਇੱਥੇ ਉਹਦੇ ਲਈ ਕੀ ਕਰਨ ਦੀ ਲੋੜ ਹੈ? ਔਰ ਇਹ ਸ਼ਲੋਕ ਹੈ ਫਰੀਦਾ, ਪਿਛਲ ਰਾਤ ਨਾ ਜਾਗਿਓ ਇਹ ਜੀਵੰਦੜੋ ਮੋਇਓ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਾਰਿਓ। ਹੁਣ ਜ਼ਾਹਰ ਹੈ ਅੰਮ੍ਰਿਤ ਵੇਲੇ ਦਾ ਜਾਗਣਾ, ਪਿਛਲ ਰਾਤ ਜੀ, ਇਹਦੇ ਚ ਬਹੁਤ ਸਾਰਾ ਅਸੀਂ ਪੜ੍ਹਦੇ ਹਾਂ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਜਾਗਣਾ। ਫਿਰ ਅਸੀਂ ਇਹ ਪੜ੍ਹਦੇ ਹਾਂ ਕਿ ਭਾਈ ਜਦੋਂ ਚੌਥੇ ਪਹਿਰ ਸੁਬਹ ਕੇ ਸੁਰਤਿਆਂ ਉਪਜੈ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਓ। ਕਿ ਜਦੋਂ ਚੌਥਾ ਪਹਿਰ ਰਾਤ ਦਾ ਹੁੰਦਾ ਤੇ ਮਨ ਦੇ ਵਿੱਚ ਚਾਅ ਪੈਦਾ ਹੁੰਦਾ ਤੇ ਦਰਿਆਵਾਂ ਦੇ ਨਾਲ ਦੋਸਤੀ ਹੁੰਦੀ ਹੈ। ਪਾਣੀ ਦਾ ਕੰਢਾ, ਪਾਣੀ ਔਰ ਰੂਹਾਨੀਅਤ ਦਾ ਇੱਕ ਡੂੰਘਾ ਸੰਬੰਧ ਹੈ। ਸੋ ਯਾਦ ਬਾਬਾ ਫਰੀਦ ਕਰਵਾਉਂਦੇ ਨੇ ਕਿ ਭਾਈ ਜੇ ਤੁਸੀਂ ਪਿਛਲੀ ਰਾਤ ਨਾ ਜਾਗੇ, ਸੁੱਤੇ ਰਹੇ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਮੇ ਗੋਡ ਪਸਾਰ। ਵੀ ਇੱਕ ਦਿਨ ਲੰਮੇ ਗੋਡੇ ਪਸਾਰ ਕੇ ਸੋਣਾ ਹੋਏਗਾ। ਉਹੀ ਗੱਲ ਬਾਬਾ ਫਰੀਦ ਕਹਿੰਦੇ ਨੇ ਕਿ ਜਿਹੜਾ ਪਿਛਲੀ ਰਾਤ ਨਹੀਂ ਜਾਗਿਆ, ਅੰਮ੍ਰਿਤ ਵੇਲੇ ਨਹੀਂ ਜਾ, ਜੀਵਨ ਦੜਿਆ ਮੋਇਓ, ਸਮਝੋ ਜਿਉਂਦੇ ਹੀ ਮਰਿਆ ਹੋਇਆ। ਜੇ ਤੈ ਰੱਬ ਵਿਸਾਰ, ਪਰ ਨਾਲ ਥੋੜਾ ਜਿਹਾ ਹੌਸਲਾ ਵੀ ਦਿੱਤਾ ਹੈ, ਧੰਮਲ ਵੀ ਦਿੱਤਾ ਹੈ। ਜੇ ਤੈਂ ਰੱਬ ਵਿਸਾਰਿਆ, ਜੇ ਤੂੰ ਰੱਬ ਨੂੰ ਭੁਲਾ ਦਿੱਤਾ ਤਾਂ ਰੱਬ ਨਾ ਵਿਸਾਰੇ ਹੋਏ, ਕਿ ਰੱਬ ਨੇ ਅਜੇ ਤੈਨੂੰ ਨਹੀਂ ਭੁਲਾਇਆ, ਤੇਰਾ ਫਿਰ ਵੀ ਵੇਲਾ ਆ ਸਕਦਾ ਜਦੋਂ ਤੂੰ ਰੱਬ ਦੀ ਰਹਿਮਤ ਦਾ ਪਾਤਰ ਹੋ ਸਕਦਾ। ਪਰ ਜੇ ਤੂੰ ਰੱਬ ਨੂੰ ਯਾਦ ਨਹੀਂ ਕਰਦਾ ਤੇ ਇਹ ਸਮਝ ਤੂੰ ਜਿਉਂਦਿਆਂ ਹੀ ਮਰਿਆ ਹੋਇਆ। ਔਰ ਇਹ ਸਾਡੇ ਲਈ ਵੀ ਹੈ, ਸਾਡੇ ਲਈ ਵੀ ਨਹੀਂ ਹੈ ਹੀ ਸਾਡੇ ਲਈ। ਬਾਬਾ ਫਰੀਦ ਤਾਂ ਆਪ ਜਾਗਦੇ ਨੇ ਦਿਨ ਰਾਤ, ਉਸ ਦੀ ਯਾਦ 'ਚ ਜਾਗਦੇ ਨੇ। ਜਾਗਣਾ ਇਹ ਨਹੀਂ ਵੀ ਤੁਸੀਂ ਨੀਂਦ ਪੂਰੀ ਨਹੀਂ ਕਰਦੇ, ਦਾ ਹੁੰਦਾ ਹੈ ਹਮੇਸ਼ਾ ਤੁਸੀਂ ਉਹਦੇ ਯਾਦ 'ਚ ਰਹਿੰਦੇ ਹੋ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।